ਬੱਚਿਓ ਆਪਾਂ 10ਵੀਂ ਕਲਾਸ ਦਾ ਸਾਇੰਸ ਵਿਸ਼ੇ ਦਾ 8ਵਾਂ ਪਾਠ ਜਿਸ ਦਾ ਨਾਮ ਹੈ ਜੀਵ ਪ੍ਰਜਨਨ ਕਿਵੇਂ ਕਰਦੇ ਹਨ PAS ਤੇ ਆਧਾਰਿਤ ਉਸ ਦੇ ਜਿਹੜੇ ਪ੍ਰਸ਼ਨ ਹੈਗੇ ਆ ਉਹਨਾਂ ਦਾ ਆਪਾਂ ਅਧਿਐਨ ਕਰਾਂਗੇ। ਸਭ ਤੋਂ ਪਹਿਲਾ ਨਾਮ ਹੈਗਾ ਕਿ DNA ਦਾ ਪੂਰਾ ਨਾਮ ਕੀ ਹੈ। ਆਪਾਂ ਨੂੰ ਇਸ 'ਚ 4 ਆਪਸ਼ਨਾਂ ਦਿੱਤੀਆਂ। ਆਪਣੀ ਕਿਤਾਬ ਵਿੱਚ ਵੀ ਇਸ ਦਾ ਨਾਮ ਹੈਗਾ, ਤਾਂ ਇਸ ਦਾ ਨਾਮ ਹੈਗਾ ਡੀਆਕਸੀ ਰਾਈਬੋ ਨਿਊਕਲਿਕ ਐਸਿਡ, ਭਾਵ ਜਿਹੜੀ ਸੱਸਾ ਆਪਸ਼ਨ ਹੈ ਉਹ ਸਹੀ ਹੈ। ਦੂਸਰਾ ਪ੍ਰਸ਼ਨ ਆਪਣੇ ਕੋਲ ਹੈਗਾ ਕਿ DNA ਦੀ ਨਕਲ ਬਣਾਉਣ ਦੀ ਜਨਨ ਵਿੱਚ ਕੀ ਮਹੱਤਤਾ ਹੈ। ਦੇਖੋ ਇਹਦੇ ਆਪਸ਼ਨ ਦੇਖੋ, ਪਹਿਲਾ ਹੈਗਾ ਕਿ ਨਵੇਂ ਜੀਵ ਆਸਾਨੀ ਨਾਲ ਪੈਦਾ ਹੋ ਜਾਂਦੇ ਹਨ। ਦੂਸਰਾ ਇਹ ਹੈ ਕਿ ਨਵੇਂ ਜੀਵ ਮਾਪਿਆਂ ਦੇ ਬਿਲਕੁਲ ਭਿੰਨ ਹੋ ਜਾਂਦੇ ਹਨ। ਤੀਸਰਾ ਹੈਗਾ ਕਿ ਨਵੇਂ ਜੀਵ ਲਗਭਗ ਮਾਪਿਆਂ ਵਰਗੇ ਹੀ ਰਹਿੰਦੇ ਹਨ। ਅਤੇ ਚੌਥਾ ਹੈਗਾ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਜਿਹੜਾ ਉੱਤਰ ਹੈਗਾ ਉਹ ਈੜੀ ਆਵੇਗਾ, ਭਾਵ ਨਵੇਂ ਜੀਵ ਲਗਭਗ ਮਾਪਿਆਂ ਵਰਗੇ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਆਪਣਾ ਜਦੋਂ ਜਨਮ ਹੁੰਦਾ ਤਾਂ ਆਪਾਂ ਵੱਡੇ ਹੋ ਜਾਂਦੇ ਹਾਂ, ਤਾਂ ਆਪਾਂ ਨੂੰ ਕਹਿੰਦੇ ਆ ਕਿ ਤੁਹਾਡੀ ਫਲਾਂ ਦੀ ਸ਼ਕਲ ਮੰਮੀ ਨਾਲ ਰਲਦੀ ਹੈ ਜਾਂ ਡੈਡੀ ਨਾਲ ਰਲਦੀ ਹੈ। ਤਾਂ ਇਹ ਇਸੇ ਕਰਕੇ ਹੁੰਦਾ, DNA ਕਰਕੇ ਹੀ ਹੁੰਦਾ, ਕਿਉਂਕਿ ਆਪਾਂ ਮਾਤਾ ਪਿਤਾ ਦੋਨਾਂ ਦੇ DNA ਤੋਂ ਮਿਲ ਕੇ ਬਣੇ ਹੁੰਦੇ ਹਾਂ। ਇਸ ਕਰਕੇ DNA ਦੀ ਨਕਲ ਕਰਕੇ ਜਿਹੜੇ ਜੀਵ ਹੈਗੇ ਆ ਉਹ ਲਗਭਗ ਮਾਪਿਆਂ ਵਰਗੇ ਰਹਿੰਦੇ ਆ। ਬਿਲਕੁਲ ਉਹੋ ਜਿਹੀ ਸ਼ਕਲ ਨਹੀਂ ਰਹਿੰਦੀ ਗੀ, ਪਰ ਨੇੜੇ ਤੇੜੇ ਰਹਿੰਦੇ ਆ। ਅਗਲਾ ਪ੍ਰਸ਼ਨ ਹੈ ਕਿ ਅਮੀਬਾ ਵਿੱਚ ਵਿਭਾਜਨ ਕਿਸ ਵਿਧੀ ਰਾਹੀਂ ਹੁੰਦਾ ਹੈ। ਜਿਵੇਂ ਤੁਸੀਂ ਚਿੱਤਰ ਵਿੱਚ ਵੀ ਦੇਖ ਰਹੇ ਹੋ, ਅਮੀਬਾ ਵਿੱਚ 2 ਖੰਡਨ ਦੀ ਵਿਧੀ ਹੁੰਦੀ ਹੈ, ਭਾਵ ਇੱਕ ਜੀਵ ਤੋਂ 2 ਸੰਤਾਨ ਸੈੱਲ ਬਣ ਜਾਂਦੇ ਆ। ਤਾਂ ਜਦੋਂ ਇੱਕ ਜੀਵ ਤੋਂ 2 ਸੰਤਾਨ ਸੈੱਲ ਬਣਦੇ ਹੈਗੇ ਆ, ਆਪਣੇ ਸਰੀਰ ਦਾ ਹੀ ਖੰਡਨ ਕਰਕੇ, ਭਾਵ ਕੇਂਦਰਕ ਦਾ ਅਤੇ ਜਿਹੜਾ ਉਸ ਦਾ ਸਾਈਟੋਪਲਾਜ਼ਮ ਹੁੰਦਾ ਹੈ, ਭਾਵ ਸੈੱਲ ਪਦਾਰਥ ਹੁੰਦਾ ਹੈ, ਉਹ ਦੋਨੇ 2-2 ਹਿੱਸਿਆਂ ਵਿੱਚ ਵੰਡੇ ਜਾਂਦੇ ਆ ਬਰਾਬਰ, ਜਿਸ ਤੋਂ 2 ਸੰਤਾਨ ਸੈੱਲ ਬਣ ਜਾਂਦੇ ਆ। ਇਸ ਵਿਧੀ ਨੂੰ 2 ਖੰਡਨ ਕਹਿੰਦੇ ਆ। ਤਾਂ ਅਮੀਬਾ ਵਿੱਚ ਵਿਭਾਜਨ ਕਿਸ ਵਿਧੀ ਨਾਲ ਹੁੰਦਾ ਹੈ? 2 ਖੰਡਨ ਵਿਧੀ ਨਾਲ, ਇਸ ਚਿੱਤਰ ਦੇ ਅਨੁਸਾਰ। ਚੌਥਾ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਕਾਇਕ ਪ੍ਰਜਨਨ ਵਿਧੀ ਪ੍ਰਯੋਗ ਕੀਤੀ ਜਾਂਦੀ ਹੈ। ਤਾਂ ਇਹਦੇ 'ਚੋਂ ਆਪਣੇ ਕੋਲ ਆਪਸ਼ਨਾਂ ਹੈਗੀਆਂ ਜੰਤੂਆਂ ਦੁਆਰਾ, ਬੈਕਟੀਰੀਆ ਦੁਆਰਾ, ਪੌਦਿਆਂ ਦੁਆਰਾ, ਉਪਰੋਕਤ ਸਾਰੇ। ਤਾਂ ਸਿਰਫ ਪੌਦਿਆਂ ਦੁਆਰਾ ਹੀ ਕਾਇਕ ਪ੍ਰਜਨਨ ਹੁੰਦਾ ਹੈ। ਕਾਇਕ ਪ੍ਰਜਨਨ ਦਾ ਭਾਵ ਹੈ ਜਦੋਂ ਪੌਦੇ ਦੇ ਕਿਸੇ ਹਿੱਸੇ ਤੋਂ ਹੀ ਨਵਾਂ ਪੌਦਾ ਵਿਕਸਿਤ ਹੋ ਜਾਣਾ। ਤਾਂ ਭਾਵੇਂ ਪੌਦੇ ਦੀ ਜੜ੍ਹ ਹੋਵੇ, ਭਾਵੇਂ ਪੌਦੇ ਦਾ ਤਣਾ ਹੋਵੇ, ਭਾਵੇਂ ਉਸ ਦਾ ਪੱਤਾ ਹੋਵੇ, ਭਾਵੇਂ ਉਸ ਦੀ ਕੋਈ ਵੀ ਹਿੱਸਾ ਹੋਵੇ, ਫੁੱਲ ਹੋਵੇ, ਫਲ ਹੋਵੇ, ਉਹਨਾਂ ਸਾਰੇ ਹਿੱਸਿਆਂ ਤੋਂ ਨਵਾਂ ਬਣਨਾ ਜਿਹੜਾ ਪੌਦਾ। ਜਿਵੇਂ ਇਹ ਚਿੱਤਰ ਤੁਸੀਂ ਦੇਖ ਰਹੇ ਹੋ, ਇਸ ਵਿੱਚ ਪੌਦੇ ਤੋਂ ਨਵਾਂ ਪੱਤਾ ਬਣਿਆ ਹੈਗਾ। ਇਹ ਪੱਥਰ ਚੱਟ ਦਾ ਪੱਤਾ ਹੈਗਾ, ਜਿਸ ਦੇ ਕਿ ਬਹੁਤ ਸਾਰੇ ਪੌਦੇ ਉਸ ਤੋਂ ਬਣ ਜਾਂਦੇ। ਉਸ ਦੇ ਕੋਨਿਆਂ ਤੋਂ ਆ ਦੇਖ ਵੀ ਰਹੇ ਆ ਤੁਸੀਂ, ਬਹੁਤ ਸਾਰੇ ਇਸ ਵਿੱਚ ਪਲਾਂਟਲੈਟਸ ਬਣੀਆਂ। ਤਾਂ ਪੰਜਵਾਂ ਪ੍ਰਸ਼ਨ ਆਪਾਂ ਨੂੰ ਜਿਹੜਾ ਦਿਖਾਇਆ ਗਿਆ ਕਿ ਚਿੱਤਰ ਵਿੱਚ ਕਿਸ ਪੌਦੇ ਦਾ ਪੱਤਾ ਦਿਖਾਇਆ ਗਿਆ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ, ਇਸ ਪੱਤੇ ਦਾ ਨਾਮ ਹੈ ਪੱਥਰ ਚੱਟ। ਇਹ ਕੇਵਲ ਅਤੇ ਕੇਵਲ ਇੱਕੋ ਇਹੋ ਜਿਹਾ ਪੌਦਾ ਹੈ ਜਿਹੜਾ ਕਿ ਪੱਤੇ ਤੋਂ ਨਵੇਂ ਪੌਦੇ ਦਾ ਵਿਕਾਸ ਕਰਦਾ ਹੈ। ਛੇਵਾਂ ਪ੍ਰਸ਼ਨ ਹੈਗਾ ਕਿ ਪੌਦੇ ਦੇ ਟਿਸ਼ੂ ਤੋਂ ਉਸ ਦੇ ਸੈੱਲ ਵੱਖ ਕਰਕੇ ਬਨਾਵਟੀ ਪੋਸ਼ਕ ਮਾਧਿਅਮ ਵਿੱਚ ਰੱਖ ਕੇ ਨਵਾਂ ਪੌਦਾ ਉਗਾਉਣ ਦੀ ਵਿਧੀ ਨੂੰ ਕੀ ਕਹਿੰਦੇ ਆ। ਇਸ ਨੂੰ ਕਹਿੰਦੇ ਆਪਾਂ ਟਿਸ਼ੂ ਕਲਚਰ। ਦੇਖੋ ਆਮ ਤੌਰ 'ਤੇ ਕਈ ਪੌਦੇ ਜਿਹੜੇ ਹੈਗੇ, ਜਿਵੇਂ ਆਮ ਤੌਰ 'ਤੇ ਗਾਜਰਾਂ ਦਾ ਟਿਸ਼ੂ ਕਲਚਰ ਬਹੁਤ ਸੋਹਣਾ ਹੁੰਦਾ। ਉਸ ਦੇ ਜਿਹੜੇ ਉਹਨੂੰ ਛੋਟੇ ਹਿੱਸਿਆਂ ਵਿੱਚ ਕੱਟ ਕੇ ਤੋਂ ਉਹਨਾਂ ਨੂੰ ਮਤਲਬ ਇੱਕ ਬਨਾਵਟੀ ਪੋਸ਼ਕ ਮਾਧਿਅਮ ਵਿੱਚ ਰੱਖ ਲਿਆ ਜਾਂਦਾ। ਤੋਂ ਮਾਧਿਅਮ ਦੇ ਵਿੱਚ ਉਹਦੇ ਸੈੱਲਾਂ ਦੀ ਫਿਰ ਨਵੇਂ ਤਰ੍ਹਾਂ ਨਾਲ ਗਰੋਥ ਹੁੰਦੀ ਹੈ ਅਤੇ ਉਹ ਵਧੀਆ ਢੰਗ ਦੇ ਉਸ ਤੋਂ ਜਿਹੜੇ ਹੈਗੇ ਆ ਪੌਦੇ ਵਿਕਸਿਤ ਹੁੰਦੇ ਆ। ਤਾਂ ਇਹ ਇੱਕ ਨਵੀਂ ਟੈਕਨੀਕ ਹੈਗੀ, ਲੈਬੋਰਟਰੀ ਵਿੱਚ ਹੁੰਦੀ ਹੈ ਇਹ। ਤਾਂ ਉਸ ਨੂੰ ਆਪਾਂ ਟਿਸ਼ੂ ਕਲਚਰ ਕਹਿੰਦੇ ਹਾਂ, ਭਾਵ ਉਸ ਦੇ ਟਿਸ਼ੂ ਦੇ ਵਿੱਚ ਬਦਲਾਵ ਕਰ ਦਿੰਦੇ ਆ। ਜਿਵੇਂ ਆ ਪ੍ਰਸ਼ਨ 'ਚ ਵੀ ਪੁੱਛਿਆ ਕਿ ਪੌਦੇ ਦੇ ਟਿਸ਼ੂ ਤੋਂ, ਤਾਂ ਟਿਸ਼ੂ ਤੋਂ ਯਾਦ ਕਰ ਲੈਣਾ, ਉੱਤਰ ਇਹਦਾ ਹੈਗਾ ਟਿਸ਼ੂ ਕਲਚਰ। 7ਵਾਂ ਪ੍ਰਸ਼ਨ ਆਪਣੇ ਕੋਲ ਹੈਗਾ ਕਿ ਅਧਿਆਪਕ ਨੇ ਜਮਾਤ ਵਿੱਚ ਪ੍ਰਸ਼ਨ ਪੁੱਛਿਆ ਕਿ ਜੰਤੂਆਂ ਵਿੱਚ ਪ੍ਰਜਨਨ ਦੀ ਉਸ ਵਿਧੀ ਦਾ ਨਾਂ ਦੱਸੋ ਜਿਸ ਵਿੱਚ ਬੱਚੇ ਪੈਦਾ ਕਰਨ ਲਈ ਨਰ ਅਤੇ ਮਾਦਾ ਵਿੱਚੋਂ ਕੇਵਲ ਇੱਕ ਹੀ ਕਾਫੀ ਹੁੰਦਾ ਹੈ। ਸੋ ਸਹੀ ਉੱਤਰ ਇਹਦਾ ਕੀ ਹੋਵੇਗਾ? ਅਲਿੰਗੀ ਪ੍ਰਜਨਨ, ਭਾਵ ਇਹਦੇ ਵਿੱਚ ਨਰ ਜਾਂ ਮਾਦਾ ਦੋਨਾਂ ਦੇ ਮੇਲ ਦੀ ਜ਼ਰੂਰਤ ਨਹੀਂ ਹੁੰਦੀ, ਉਹਨਾਂ 'ਚੋਂ ਕੋਈ ਇੱਕ ਹੀ ਨਵਾਂ ਜਿਹੜਾ ਬੱਚਾ ਹੈਗਾ ਉਹ ਵਿਕਸਿਤ ਕਰ ਸਕਦਾ ਹੈਗਾ। ਤਾਂ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ, ਅਗਾਂਹ ਜਾ ਕੇ ਆਪਾਂ ਇਸ ਦੇਖਾਂਗੇ ਵੀ ਉਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਅਲਿੰਗੀ ਪ੍ਰਜਨਨ ਦੀਆਂ। ਜਿਵੇਂ ਅਮੀਬਾ ਦੇ ਵਿੱਚ ਅਲਿੰਗੀ ਪ੍ਰਜਨਨ ਹੁੰਦਾ ਇੱਕ ਤਰ੍ਹਾਂ ਨਾਲ, ਕਿ ਅਮੀਬਾ ਹੀ ਆਪਣੇ ਆਪ ਨੂੰ 2 ਸੈੱਲਾਂ ਵਿੱਚ ਵੰਡ ਲੈਂਦਾ ਹੈ।
दो खंडन अलिंगी प्रजनन की विधि है जिहड़ी आपां पहलां देख चुके हैं। तो 8वां प्रश्न है कि कायक प्रजनन विधि राही पौधे उगाउण दा की फायदा हुंदा है। पहला इसका है कि पौधे बीमारी मुक्त होंदे हन। दूसरा है इक्को समय बहुत सारे पौधे उग जाते हैं। तीसरा है बीज मुक्त पौधे भी उग सकते हैं। चौथा है उपरोक्त सारे। तो यदा जड़ा उपरोक्त सारे सही उत्तर है कि तिन्ने ही गुण जोड़े ऊड़ा आड़ा ईड़ी ते दसे है ये कायक प्रजनन के है। तो जे तुहानूं ये भी प्रश्न आ गया कि कायक प्रजनन विधि के की फायदे हैं तो तिन्ने ऑप्शन उसके उत्तर है। 3 नंबर का प्रश्न भी आ जाता है, इसलिए इन्होंने तिनों याद भी कर लेना। 9वां प्रश्न है कि मलेरिया परजीवी जिहड़ा है उस विच प्रजनन की किहड़ी विधि वापरती हैगी है। मलेरिया परजीवी जिहड़ा है जे मैं तुहानूं इहदा चित्र दिखावां, अपने कोल किताब च भी है इसका चित्र। आ मलेरिया का परजीवी है जिन्हों प्लाज्मोडियम कहने आपां। तो इस विच बहुखंडन की विधि हुंदी है, भाव एक परजीवी अपने केंद्रक नूं बहुत सारे हिस्सों में वंड लैंदा है तो अंदरला जिहड़ा सैल पदार्थ हुंदा उहनूं भी बहुत हिस्सों में वंड लैंदा है तो कल्ला कल्ला केंद्र थोड़ा थोड़ा सैल पदार्थ लैके अपने निक्के निक्के सैल जिहड़े हैगे अपने विचों तैयार कर लैंदा है। जदों ढुकवां समा आउंदा हैगा तो ये अपनी बाहरली सिस्ट नूं तोड़ के उस विचों बाहर निकल जाते हैं तो फिर जिहड़ा प्लाज्मोडियम का परजीवी वड्डा हो जाता फिर यही प्रक्रिया करता है। तो प्लाज्मोडियम दे विच जिहड़ी प्रजनन की विधि वापरती हैगी है ये भी एक अलिंगी प्रजनन की विधि हैगी है। तो वह हैगी है बहुखंडन, इसलिए 9वें का उत्तर है आड़ा। 10वां प्रश्न आपां नूं कहा गया कि हेठ लिखियां विचों किहड़ा जीव पुनर्जनन विधि राही प्रश्न है कि हेठ लिखिया विचों किहड़ा जीव पुनर्जनन विधि राही प्रजनन करता है। भाव उहदे शरीर दे जे 2 हिस्से भी कर दिते जाण तो उन्हां दा दुबारा फिर विकास हो जाएगा। तो इन्हां दे विचों जिहड़ी ऑप्शन सही हैगी आ वो हैगी है ईड़ी, जिन्हों आपां कहने आ प्लैनेरिया। प्लैनेरिया विच पुनर्जनन संभव है, भाव अपने ही शरीर दे उसनूं जे कट दिता जाए तो उस तो 2 प्लैनेरिया बन जाएंगे। अगला प्रश्न है कि अध्यापक ने जमात विच बच्चों नूं एक सैली जीवां बारे समझाया। हेठ लिखियां विचों किहड़ा एक सैली जीव नहीं है। अमीबा, पैरामीशियम, बैक्टीरिया के हाइड्रा। तो इसका उत्तर है सस्सा, क्योंकि अमीबा, पैरामीशियम ते बैक्टीरिया तिन्ने एक सैली जीव की श्रेणी में आउंदे है, जबकि जिहड़ा हाइड्रा हैगा यह यूकरियोट हैगा ते यह जंतु जिहड़ा किंगडम हैगा उहदे नाल संबंध रखता है। यूकरियोट है यह हाइड्रा जिहड़ा। तो 11वें का उत्तर सस्सा। 12वां प्रश्न पूछा कि हेठ लिखियां विचों किहड़ी विधि कायक प्रजनन के अधीन नहीं आउंदी। कायक प्रजनन दे विच तुहानूं दस्सिया सीगा कि पौधे के हिस्से तो ही नवा पौधा जिहड़ा विकसित करना, चाहे वह दाब लगाउणा है, चाहे वह कलम लगाउणा है, चाहे वह प्योंद लगाउणा है। बीज बीजना जिहड़ी हैगी है ये कायक प्रजनन की विधि नहीं हैगी। तो बीज बीजना यह इसकी श्रेणी विच नहीं आउंदा, भाव बीज तो नवा पौधा इस विधि नाल नहीं विकसित हुंदा गा, उहदी अपनी प्रक्रिया हैगी है। 13वां प्रश्न है, कमल ने अध्यापक तो पुनर्जनन बारे पूछा। तुहाडे विचार अनुसार अध्यापक ने उसनूं पुनर्जनन बारे की समझाया होवेगा। मरण के बाद दोबारा जन्म होना, जीवां द्वारा अपने शरीर के भाग तो नवे जीवां का निर्माण करना, ये प्रजनन का दूजा नाम है। पत्थर जट के पत्तियां तो नवे पौधे उग जाने की प्रक्रिया। तो इसका सही उत्तर हैगा आड़ा, भाव जीव द्वारा अपने शरीर के भाग तो ही नवे जीव का निर्माण करना। भाग जदों प्लैनेरिया की तुहानूं मैं उदाहरण दित्ती है, प्लैनेरिया जां हाइड्रा जिहड़ा हैगा उहदे विच भी ऑप्शन हैगी है। जे हाइड्रा के शरीर में 2 या 3 हिस्सों में कट दिता जाए तो वह तिन्ने कट्टे हुए हिस्से 3 हाइड्रा विच विकसित हो जाएंगे। तो यह पुनर्जनन है। 14वां प्रश्न है कि किहड़े जीव द्वारा प्रजनन बडिंग विधि द्वारा किया जाता है। बडिंग ये हाइड्रा दे विच हैगी है,
इसलिए इसका 14वें का उत्तर जोड़ा है वो ऊड़ा है। बडिंग दे विच की हुंदा है कि जोड़ा जीव है वो अपने शरीर ते एक छोटी जी कली बना लेंदा है, बड बना लेंदा है। वो कली जिहड़ी है बाद दे विच विकसित हो के अपने आप नूं उस पितरी शरीर तो वख कर लैंदी है तो आप फिर अपना विकास करती है। ये प्रक्रिया हाइड्रा दे विच हैगी है। तो इसलिए 14वें का उत्तर ऊड़ा है। 15वां है कि हेठ लिखियां विचों एक सैली जीवां द्वारा प्रजनन लई किहड़ी विधि वरतों विच नहीं लिआंदी जांदी? विखंडन, निषेचन, खंड करना, पुनर्जनन। ये चो निषेचन नहीं इसकी श्रेणी में आती। निषेचन जिहड़ी हैगी है ये बहुत सैली जीवां दे विच हुंदी है। ये उन्हां दी जिहड़ी प्रजनन प्रक्रिया हैगी है उसका एक हिस्सा है। निषेचन निषेचन एक तरह का भ्रूण का विकास है जिहड़ा कि लिंगी प्रजनन के सिट्टे वजों हुंदा है। 14वां प्रश्न अपने 16वां प्रश्न अपने कोले हैगा कि प्रजनन दीयां इन्नियां सारियां विधियां सुनन तो बाद वंशिका दुचिती विच फस गई तो मुख तौर पर प्रजनन किन्ने प्रकार का हुंदा है? तो इसका उत्तर होगा ईड़ी, भाव 2 प्रकार का। मुख तौर पर 2 प्रकार किहड़े-किहड़े आ? लिंगी प्रजनन ते अलिंगी प्रजनन। 17वां प्रश्न है कि मोनू ने वडदर्शी की मदद नाल पानी नाल गिल्ली करके हनेरे अते सिले स्थान उत्ते रखी डबल रोटी वेखी तो उसनूं डबल रोटी उत्ते धागे वर्गियां रचनावां विकसित होईयां वेखियां जिसनूं उसने की किया? तो उन्हां नूं उसने नाम दिता। तो ये उल्लीनुमा रचनावां हैगियां, इन्हां दा नाम हैगा हाइफे। तो इसलिए 17वें का उत्तर जिहड़ा हैगा ऊड़ा है। 18वां प्रश्न है कि दीप ने यीस्ट कल्चर की स्लाइड का सूखमदर्शी नाल प्रेखण किया। इस विच प्रजनन दी किस इस विच प्रजनन किस विधि राही हुंदा है? इसका उत्तर ईड़ी है, बडिंग। तो बडिंग बारे तुसी 2 जंतुओं विच देख लिया, एक हाइड्रा ते एक यीस्ट। जे तुहानूं 2 उदाहरण इसदियां पुछियां गईयां तो हाइड्रा ते यीस्ट तुसी कह सकते हैं। यीस्ट जिन्होंने आपां पंजाबी विच खमीर भी कहने। 19वां प्रश्न है कि कुछ पौद्यां विच कायक प्रजनन द्वारा डैश डैश अते डैश तो नवें पौधे विकसित होंदे हन। तो ये विच मुख तौर पर जिहड़े आंदे हैगे आ वो हैगे आ तने, पत्तियां अते जड़ां। इस प्रश्न के उत्तर च थोड़ा जिहा कन्फ्यूजन है क्योंकि आड़ा ते सस्सा दे विच सेम ही ऑप्शन लिखियां हुई, इसलिए जिथे तने, जड़ ते पत्ते लिखे हुए वो इसनूं तुसी सही मनना है। इसलिए 19वें का एक सही उत्तर नहीं गा, ये आड़ा ते सस्सा दोनों सेम ही है। तो इसलिए इसका उत्तर तुसी आड़ा भी मान सकते हैं, सस्सा भी मान सकते हैं। पर तुसी अपने प्रश्न के उत्तर च ध्यान नाल देख लेना, उहदे च गलती नहीं होगी। तने, जड़ ते पत्ते। 20वां प्रश्न है कि अध्यापक ने पूछा कि चित्र विच क्रमवार ए, बी अते सी भाग किहड़े-किहड़े हन? ए भाग जिहड़ा हैगा उसनूं आपां कहने अंकुर, जिस तो कि पौधे का तना बनता है। जिहड़ा बी भाग है यह हैगा बीज पत्तर। बीज पत्तर की करते हैगे आ कि तने ते जड़ नूं भोजन दिंदे आ जदों तक कि ये वड्डा नहीं हो जाता। जदों ये पौधा थोड़ा जिहा वड्डा हो गया तो बीज पत्तर जिहड़े हैगे हौली हौली झड़ जाणगे इहदे। ते सी जिहड़ा हैगा उन्होंने आपां कहने जड़ अंकुर, जिहदे तो जड़ बनती हैगी है। इसलिए 20वें का सही उत्तर जिहड़ा ईड़ी है। ये जिहड़ा चित्र दिखाया गया ये जदों बीज जिहड़ा हैगा फुੱਟਦਾ है, उहदी जदों जर्मीनेशन हुंदी है तो उस तो जिहड़ा नवां पौधा बनदा वो दिखाया है। 21वां प्रश्न आपां नूं दस्सिया कि फुੱਲ दे नर जनन अंग अते मादा जनन अंग नूं की कहंदे हन? नर जनन अंग नूं कहंदे पुंकेसर ते मादा जनन अंग नूं कहंदे इस्त्री केसर। इसलिए 21वें का उत्तर हैगा सस्सा। 22वां प्रश्न है कि अध्यापक ने गुरशरण नूं पुछया कि जदों फुੱਲ विच पुंकेसर अते इस्त्री केसर विचों कोई एक जनन अंग मौजूद हुंदा है तो उसनूं की कहंदे हन? उसनूं कहंदे हन एक लिंगी, क्योंकि उहदे विच सिर्फ एक लिंग विकसित हुंदा, चाहे वह नर ते चाहे वह मादा। मतलब वो नर के फुੱਲ अलग होंगे तो मादा के फुੱਲ अलग होंगे। इसलिए 22वें का उत्तर ऊड़ा है। 23वां पौधे जिमें केले या गुलाब डैश पैदा करने की समर्था खो देंदे हन।
ਤਾਂ ਇਹਦਾ ਉੱਤਰ ਹੈਗਾ ਸੱਸਾ ਭਾਵ ਬੀਜ। 24ਵਾਂ ਪ੍ਰਸ਼ਨ ਹੈ ਕਿ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜਦੋਂ ਇੱਕ ਫੁੱਲ ਤੋਂ ਪਰਾਗ ਕਣ ਦੂਜੇ ਫੁੱਲ ਦੇ ਸਟਿਗਮਾ ਉੱਤੇ ਪਰਿਵਹਨ ਕਰਦੇ ਹਨ ਤਾਂ ਉਸ ਨੂੰ ਡੈਸ਼ ਕਹਿੰਦੇ ਹਨ। ਉਸ ਨੂੰ ਆਪਾਂ ਪਰਿਵਹਨ ਕਰਦੇ ਹਨ, ਉਸ ਨੂੰ ਵੈਸੇ ਪਰਾਗਨ ਕਹਿੰਦੇ ਆ, ਪਰ ਇਹਦੇ ਵਿੱਚ ਆਪਣੇ ਆਪਸ਼ਨ ਦੇ ਵਿੱਚ ਸਵੈ ਪਰਾਗਨ ਅਤੇ ਪਰ ਪਰਾਗਨ ਉਹਦੀਆਂ ਦੋ ਜਿਹੜੀਆਂ ਕਿਸਮਾਂ ਲਿਖੀਆਂ ਹੋਈਆਂ। ਤੁਸੀਂ ਇਸ ਦਾ ਸਹੀ ਉੱਤਰ ਜਿਹੜਾ ਹੈਗਾ ਉਹ ਪਰਾਗਨ ਦੱਸਣਾ ਹੈਗਾ। ਤਾਂ 25ਵਾਂ ਪ੍ਰਸ਼ਨ ਹੈ ਡੈਸ਼ ਪਰਾਗ ਕਣ ਬਣਾਉਂਦੇ ਹਨ। ਤਾਂ ਪਰਾਗ ਕਣ ਜਿਹੜੇ ਹੈਗੇ ਆ ਉਹ ਪੁੰਕੇਸਰ ਵਿੱਚ ਬਣਦੇ ਆ, ਜਿਹੜਾ ਕਿ ਫੁੱਲ ਦਾ ਨਰ ਭਾਗ ਹੁੰਦਾ ਹੈ। ਹੁਣ ਆਪਾਂ 26ਵੇਂ ਪ੍ਰਸ਼ਨ 'ਤੇ ਆਉਂਦੇ ਹਾਂ। 26ਵਾਂ ਪ੍ਰਸ਼ਨ ਹੈ ਕਿ ਜਨਨ ਸੈੱਲਾਂ ਦੇ ਮਿਲਣ ਨਾਲ ਡੈਸ਼ ਬਣਦਾ ਹੈ ਜਿਸ ਵਿੱਚ ਨਵੇਂ ਪੌਦੇ ਵਿੱਚ ਵਿਕਸਿਤ ਹੋਣ ਦੀ ਸਮਰੱਥਾ ਹੁੰਦੀ ਹੈ। ਤਾਂ ਦੋਨੇ ਜਨਨ ਸੈੱਲ ਜਦੋਂ ਨਰ ਜਾਂ ਮਾਦਾ ਜਨਨ ਸੈੱਲ ਆਪਸ ਵਿੱਚ ਮਿਲਦੇ ਆ ਤਾਂ ਯੁਗਮਜ ਬਣਦਾ ਉਹਦੇ ਤੋਂ। ਉਹ ਯੁਗਮਜ ਹੀ ਬਾਅਦ ਦੇ ਵਿੱਚ ਭਰੂਣ ਵਿੱਚ ਵਿਕਸਿਤ ਹੁੰਦਾ ਹੈ ਅਤੇ ਉਹੀ ਬੀਜ ਬਣਦਾ ਹੈਗਾ। 27ਵਾਂ ਪ੍ਰਸ਼ਨ ਹੈ ਕਿ ਡਬਲ ਰੋਟੀ ਉੱਤੇ ਕਿਸ ਕਾਰਨ ਤੇਜ਼ੀ ਨਾਲ ਉੱਲੀ ਵਿਕਸਿਤ ਹੁੰਦੀ ਹੈ। ਪਹਿਲੇ ਨੰਬਰ 'ਤੇ ਦੱਸਿਆ ਆਪਾਂ ਨੂੰ ਹਵਾ ਵਿੱਚ ਜ਼ਿਆਦਾ ਬੀਜਾਣੂ, ਦੂਸਰਾ ਦੱਸਿਆ ਬਹੁਤ ਜ਼ਿਆਦਾ ਧਾਗਿਆਂ ਵਰਗੀਆਂ ਰਚਨਾਵਾਂ ਦੀ ਮੌਜੂਦਗੀ, ਤੀਸਰਾ ਸਿੱਲ ਅਤੇ ਪੌਸ਼ਟਿਕ ਤੱਤਾਂ ਦੀ ਮੌਜੂਦਗੀ, ਚੌਥਾ ਹੈਗਾ ਗੋਲਾਕਾਰ ਸਪਰੰਜੀਆ। ਤਾਂ ਇਹਦੇ 'ਚੋਂ ਆਪਾਂ ਆਪਸ਼ਨ ਦੇਖਣੀ ਆ। ਊੜੇ ਦੇ ਵਿੱਚ ਆਪਾਂ ਨੂੰ ਦੱਸਿਆ ਪਹਿਲੀ ਅਤੇ ਤੀਜੀ ਆਪਸ਼ਨ, ਆੜੇ ਦੇ ਵਿੱਚ ਦੱਸਿਆ ਦੂਜੀ ਅਤੇ ਚੌਥੀ ਆਪਸ਼ਨ, ਅਤੇ ਈੜੀ 'ਤੇ ਦੱਸਿਆ ਆਪਾਂ ਨੂੰ ਪਹਿਲਾ ਅਤੇ ਦੂਜਾ, ਅਤੇ ਸੱਸੇ 'ਚ ਦੱਸਿਆ ਹੈਗਾ ਤੀਜਾ ਅਤੇ ਚੌਥਾ, ਭਾਵ ਸਿੱਲ ਅਤੇ ਪੌਸ਼ਟਿਕ ਤੱਤਾਂ ਦੀ ਮੌਜੂਦਗੀ ਅਤੇ ਗੋਲਾਕਾਰ ਸਪਰੰਜੀਆ। ਤਾਂ ਇਹਦਾ ਉੱਤਰ ਹੈਗਾ ਸੱਸਾ, ਭਾਵ ਤੀਜੀ ਅਤੇ ਚੌਥੀ ਆਪਸ਼ਨ ਜਿਹੜੀ ਦੋਨੇ ਸਹੀ ਹੈਗੀਆਂ, ਕਿਉਂਕਿ ਗੋਲਾਕਾਰ ਸਪਰੰਜੀਆ ਜਿਹੜਾ ਉਹਦੇ ਵਿੱਚ ਇਹ ਜਿਹੜੇ ਸਪੋਰ ਹੁੰਦੇ ਆ ਬੀਜਾਣੂ ਹੁੰਦੇ ਆ, ਅਤੇ ਸਿੱਲ ਅਤੇ ਪੌਸ਼ਟਿਕ ਤੱਤ ਉਹਨਾਂ ਨੂੰ ਵਧਣ ਦੇ ਲਈ ਉੱਲੀ ਨੂੰ ਭੋਜਨ ਦਿੰਦੇ ਇੱਕ ਤਰ੍ਹਾਂ ਨਾਲ। 28ਵਾਂ ਪ੍ਰਸ਼ਨ ਹੈ ਕਿ ਬੀਜ ਵਿੱਚ ਭਾਵੀ ਪੌਦੇ ਨੂੰ ਡੈਸ਼ ਕਹਿੰਦੇ ਹਨ। ਉਸ ਦਾ ਨਾਮ ਦੱਸਣਾ, ਉਸ ਨੂੰ ਕਹਿੰਦੇ ਆਪਾਂ ਭਰੂਣ। ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜਿਹੜਾ ਭਰੂਣ ਹੁੰਦਾ ਉਹ ਇੱਕ ਤਰ੍ਹਾਂ ਦਾ ਵਿਕਸਿਤ ਬੀਜ ਹੁੰਦਾ ਜਿਸ ਤੋਂ ਪੌਦਾ ਬਣਦਾ ਹੈ। 29ਵਾਂ ਪ੍ਰਸ਼ਨ ਹੈ ਕਿ ਫੁੱਲ ਦਾ ਡੈਸ਼ ਭਾਗ ਜੋ ਫੁੱਲ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ। ਫੁੱਲ ਦਾ ਇਸਤਰੀ ਕੇਸਰ ਹੈ ਜਿਹੜਾ ਉਹ ਬਿਲਕੁਲ ਵਿਚਾਲੇ ਮੌਜੂਦ ਹੁੰਦਾ ਹੈ, ਫੁੱਲ ਦੇ ਕੇਂਦਰ 'ਚ ਮੌਜੂਦ ਹੁੰਦਾ ਹੈ, ਇਸ ਲਈ 29ਵੇਂ ਦਾ ਉੱਤਰ ਜਿਹੜਾ ਈੜੀ ਹੈ। 30ਵਾਂ ਪ੍ਰਸ਼ਨ ਹੈ ਕਿ ਫੁੱਲਾਂ ਵਾਲੇ ਪੌਦਿਆਂ ਵਿੱਚ ਲਿੰਗੀ ਜਨਨ ਦੇ ਆਯੋਜਨ ਦਾ ਸਹੀ ਕ੍ਰਮ ਕਿਹੜਾ ਹੈ। ਸਹੀ ਕ੍ਰਮ ਦੱਸਣਾ ਹੈ ਵੀ ਇਸ ਵਿੱਚ ਸਭ ਤੋਂ ਪਹਿਲਾਂ ਹੈ ਯੁਗਮਕ, ਫਿਰ ਯੁਗਮਜ, ਫਿਰ ਭਰੂਣ, ਫਿਰ ਪਨੀਰੀ। ਦੂਜੇ ਨੰਬਰ 'ਤੇ ਦੱਸਿਆ ਹੈ ਯੁਗਮਜ, ਯੁਗਮਕ, ਭਰੂਣ ਅਤੇ ਪਨੀਰੀ। ਤੀਜੇ 'ਤੇ ਹੈਗਾ ਕਿ ਪਨੀਰੀ, ਫਿਰ ਭਰੂਣ, ਫਿਰ ਯੁਗਮਕ, ਫਿਰ ਯੁਗਮਜ। ਚੌਥੇ 'ਤੇ ਯੁਗਮਕ, ਭਰੂਣ, ਯੁਗਮਕ ਅਤੇ ਪਨੀਰੀ। ਇਹਦਾ ਸਹੀ ਉੱਤਰ ਹੈ ਊੜਾ। ਪਹਿਲਾਂ ਜਿਹੜੇ ਹੈ ਯੁਗਮਕ ਆਪਸ ਵਿੱਚ ਮਿਲਦੇ ਆ, ਨਰ ਅਤੇ ਮਾਦਾ ਯੁਗਮਕ, ਉਹਨਾਂ ਦੇ ਮਿਲਣ ਨਾਲ ਬਣਦਾ ਯੁਗਮਜ। ਯੁਗਮਜ ਜਿਹੜਾ ਵਿਕਸਿਤ ਹੋ ਕੇ ਭਰੂਣ ਵਿੱਚ ਵਿਕਸਿਤ ਹੋ ਜਾਂਦਾ ਹੈ, ਉਹ ਭਰੂਣ ਬੀਜ ਬਣ ਜਾਂਦਾ ਹੈ। ਉਹ ਬੀਜ ਨੂੰ ਜਦੋਂ ਪਾਣੀ ਜਾਂ ਹਵਾ ਮਿਲਦੀ ਹੈ ਤਾਂ ਉਹ ਪੌਦਿਆਂ ਵਿੱਚ ਵਿਕਸਿਤ ਹੋ ਜਾਂਦਾ, ਜਿਸ ਤੋਂ ਉਹ ਪੌਦਿਆਂ ਦਾ ਵਾਹਵਾ ਸਾਰਾ ਸਮੂਹ ਜਿਹੜਾ ਹੈਗਾ ਉਹਨੂੰ ਪਨੀਰੀ ਕਹਿੰਦੇ ਹਨ। ਇਸ ਲਈ 30ਵੇਂ ਦਾ ਉੱਤਰ ਊੜਾ ਹੈ। ਜਿਵੇਂ ਝੋਨੇ ਦੀ ਪਨੀਰੀ ਆਪਾਂ ਸੁਣੀ ਹੈ। 31ਵਾਂ ਪ੍ਰਸ਼ਨ ਹੈ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਪਾਇਰੋਗਾਇਰਾ ਦੀ ਸਲਾਈਡ ਵਿਖਾਉਂਦੇ ਹੋਏ ਦੱਸਿਆ ਕਿ ਇਸ ਵਿੱਚ ਅਲਿੰਗੀ ਪ੍ਰਜਨਨ ਹੁੰਦਾ ਹੈ ਜਦੋਂ ਊੜਾ ਬਹੁ ਭਾਗਾਂ ਵਿੱਚ ਸੈੱਲ ਵਿਭਾਜਨ ਹੁੰਦਾ ਹੈ, ਦੋ ਭਾਗਾਂ ਵਿੱਚ ਸੈੱਲ ਵਿਭਾਜਨ ਹੁੰਦਾ ਹੈ, ਜ਼ਿਆਦਾ ਸੰਖਿਆ ਵਿੱਚ ਕਲੀਆਂ ਦਾ ਗਠਨ ਹੁੰਦਾ ਹੈ, ਤੰਤੂਆਂ ਦਾ ਛੋਟੇ ਛੋਟੇ ਟੁਕੜਿਆਂ ਵਿੱਚ ਖੰਡਿਤ ਹੋਣਾ ਹੁੰਦਾ ਹੈ। ਤਾਂ 31ਵੇਂ ਦਾ ਉੱਤਰ ਜਿਹੜਾ ਹੈਗਾ ਊੜਾ, ਭਾਵ ਬਹੁ ਭਾਗਾਂ ਵਿੱਚ ਸੈੱਲ ਵਿਭਾਜਨ ਹੋਣਾ। ਜਿਹੜੀ ਆਪਾਂ ਆਮ ਤੌਰ 'ਤੇ ਕਾਈ ਦੇਖਦੇ ਹਾਂ ਛੱਪੜ ਦੇ ਵਿੱਚ, ਉਹ ਸਪਾਇਰੋਗਾਇਰਾ ਹੀ ਹੁੰਦੀ ਹੈ, ਉਸ ਦੇ ਵਿੱਚ ਬਹੁ ਭਾਗਾਂ ਵਿੱਚ ਸੈੱਲ ਵਿਭਾਜਨ ਹੁੰਦਾ। 32ਵਾਂ ਪ੍ਰਸ਼ਨ ਹੈ ਕਿ ਡੈਸ਼ ਪੌਦੇ ਦਾ ਫੁੱਲ ਦੋ ਲਿੰਗੀ ਹੈ। ਦੋ ਲਿੰਗੀ ਭਾਵ ਉਹਦੇ 'ਚ ਫੁੱਲ ਦੇ ਵਿੱਚ ਨਰ ਅਤੇ ਮਾਦਾ ਦੋਨੇ ਹੀ ਮੌਜੂਦ ਹੁੰਦੇ ਹਨ। ਤਾਂ ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈਗੀ ਹੈ ਚਾਈਨਾ ਰੋਜ਼। ਚਾਈਨਾ ਰੋਜ਼ ਦੋ ਲਿੰਗੀ ਹੁੰਦਾ ਹੈ, ਇਹਦੇ 'ਚ ਨਰ ਅਤੇ ਮਾਦਾ ਭਾਵ ਪੁੰਕੇਸਰ ਅਤੇ ਇਸਤਰੀ ਕੇਸਰ ਦੋਨੇ ਹੁੰਦੇ ਹਨ। 33ਵਾਂ ਪ੍ਰਸ਼ਨ ਆਪਾਂ ਨੂੰ ਦੱਸਿਆ ਕਿ ਚਿੱਤਰ ਵਿੱਚ ਕ੍ਰਮਵਾਰ A, B ਅਤੇ C ਭਾਗ ਪਤਾ ਕਰੋ। ਤਾਂ ਜਿਹੜਾ A ਸਭ ਤੋਂ ਉੱਪਰ ਦਿਖਾਇਆ ਹੋਇਆ
ਇਹਨੂੰ ਕੀ ਕਹਿੰਦੇ ਆ, ਬੀ ਭਾਗ ਨੂੰ ਕੀ ਕਹਿੰਦੇ ਆ ਅਤੇ ਸੀ ਭਾਗ ਨੂੰ ਕੀ ਕਹਿੰਦੇ ਹੈਗੇ ਆ। ਤੋ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਉੱਪਰਲਾ ਜਿਹੜਾ ਹਿੱਸਾ ਹੈਗਾ, ਇਹ ਸ਼ਾਇਦ ਆਪਾਂ ਪਹਿਲਾਂ ਡਿਸਕਸ ਨਹੀਂ ਕੀਤਾ, ਇਸ ਨੂੰ ਆਪਾਂ ਕਹਿੰਦੇ ਆ ਸਟਿਗਮਾ। ਜਿਹੜਾ ਵਿਚਾਲੇ ਹੈਗਾ ਬੀ, ਇਸ ਨੂੰ ਕਹਿੰਦੇ ਆ ਸਟਾਈਲ, ਅਤੇ ਬਿਲਕੁਲ ਥੱਲੇ ਜਿਹੜਾ ਫੁੱਲਿਆ ਹੋਇਆ ਹਿੱਸਾ ਹੈਗਾ ਉਹਦੇ ਅੰਦਰਲੇ ਹਿੱਸੇ ਨੂੰ ਉਹਨੂੰ ਕਹਿੰਦੇ ਅੰਡਕੋਸ਼। ਇਹ ਉੱਪਰਲਾ ਸਟਿਗਮਾ ਹੀ ਹੈ ਜਿਹਦੇ 'ਤੇ ਪਰਾਗ ਕਣ ਆ ਕੇ ਬਹਿੰਦੇ ਆ ਅਤੇ ਜਿਹੜਾ ਹੈਗਾ ਲਿੰਗੀ ਜਨਨ ਪ੍ਰਕਿਰਿਆ ਹੁੰਦੀ ਹੈ ਇਸ ਵਿੱਚ, ਉਹ ਇਸੇ ਨਾਲ ਹੁੰਦੀ ਹੈ। ਤਾਂ ਇਹਦਾ 33ਵੇਂ ਦਾ ਸਹੀ ਉੱਤਰ ਜਿਹੜਾ ਹੈਗਾ ਉਹ ਹੈਗਾ ਊੜਾ, ਭਾਵ ਸਟਿਗਮਾ, ਸਟਾਈਲ ਅਤੇ ਅੰਡਕੋਸ਼। 34ਵਾਂ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਸ ਜੀਵ ਵਿੱਚ ਲਿੰਗੀ ਪ੍ਰਜਨਨ ਨਹੀਂ ਹੁੰਦਾ। ਜਿਹਦੇ ਵਿੱਚ ਨਹੀਂ ਹੁੰਦਾ ਉਹ ਦੱਸਣਾ। ਤਾਂ ਇਹਦਾ ਉੱਤਰ ਹੈਗਾ ਈੜੀ, ਭਾਵ ਹਾਈਡਰਾ। ਬਾਕੀ ਤਿੰਨੇ, ਚਾਹੇ ਉਹ ਕੁੱਤਾ ਹੈ, ਮਨੁੱਖ ਹੈ ਜਾਂ ਬਿੱਲੀ ਹੈ, ਉਹਨਾਂ ਵਿੱਚ ਲਿੰਗੀ ਪ੍ਰਜਨਨ ਹੁੰਦਾ। ਹਾਈਡਰਾ ਵਿੱਚ ਅਲਿੰਗੀ ਪ੍ਰਜਨਨ ਦੀ ਵਿਧੀ ਵਾਪਰਦੀ, ਜਿਹਨੂੰ ਆਪਾਂ ਬਡਿੰਗ ਕਹਿੰਦੇ ਹਾਂ। 35ਵਾਂ ਪ੍ਰਸ਼ਨ ਹੈ ਕਿ ਰਮਨ ਦੇ ਅਧਿਆਪਕ ਨੇ ਅੱਜ ਜਮਾਤ ਵਿੱਚ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੇ ਪਰਿਵਰਤਨਾਂ ਬਾਰੇ ਪੜ੍ਹਾਇਆ। ਇਹਨਾਂ ਵਿੱਚੋਂ ਕਿਹੜਾ ਪਰਿਵਰਤਨ ਲੜਕੀਆਂ ਵਿੱਚ ਕਿਸ਼ੋਰ ਅਵਸਥਾ ਦੌਰਾਨ ਹੁੰਦਾ ਹੈ। ਤਾਂ ਇਹ ਉਪਰੋਕਤ ਸਾਰੇ ਇਸ ਦਾ ਉੱਤਰ ਆਵੇਗਾ, ਭਾਵ ਊੜਾ, ਆੜਾ ਅਤੇ ਈੜੀ ਤਿੰਨੇ ਹੀ ਇਸ ਦੇ ਲੱਛਣ ਹੈਗੇ ਆ। ਤੁਹਾਨੂੰ ਪੇਪਰ 'ਚ ਕਈ ਵਾਰੀ 3 ਨੰਬਰ ਦਾ ਪ੍ਰਸ਼ਨ ਵੀ ਆ ਜਾਂਦਾ ਹੈ ਕਿ ਲੜਕੀਆਂ ਦੇ ਵਿੱਚ ਕਿਸ਼ੋਰ ਅਵਸਥਾ ਦੌਰਾਨ ਕਿਹੜੇ ਕਿਹੜੇ ਪਰਿਵਰਤਨ ਹੁੰਦੇ ਆ, ਤਾਂ ਤਿੰਨੇ ਲਿਖੇ ਜਾ ਸਕਦੇ ਆ, ਊੜਾ, ਆੜਾ ਅਤੇ ਈੜੀ ਵਾਲੇ। 36ਵਾਂ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਨਰ ਜਨਨ ਸੈੱਲ ਹੈ। ਮਨੁੱਖੀ ਨਰ ਜਨਨ ਸੈੱਲ, ਇਹਦੇ ਵਿੱਚ ਅੰਡਾ, ਸ਼ੁਕਰਾਣੂ, ਬੀਜਾਣੂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਇਹਦਾ ਉੱਤਰ ਹੈਗਾ ਆੜਾ, ਭਾਵ ਸ਼ੁਕਰਾਣੂ। 37ਵਾਂ ਪ੍ਰਸ਼ਨ ਹੈ ਕਿ ਸ਼ੁਕਰਾਣੂਆਂ ਦਾ ਨਿਰਮਾਣ ਮਨੁੱਖੀ ਨਰ ਪ੍ਰਜਨਨ ਪ੍ਰਣਾਲੀ ਦੇ ਕਿਸ ਅੰਗ ਵਿੱਚ ਹੁੰਦਾ ਹੈ। ਉਸ ਨੂੰ ਆਪਾਂ ਕਹਿੰਦੇ ਹਾਂ ਪਤਾਲੂ, ਇਸ ਲਈ ਇਸ ਦਾ ਉੱਤਰ ਹੈਗਾ ਊੜਾ। 38ਵਾਂ ਪ੍ਰਸ਼ਨ ਹੈ ਕਿ ਰਚਨਾ ਹੈਰਾਨ ਹੈ ਕਿ ਗਰਭ ਵਿੱਚ ਪਲ ਰਹੇ ਭਰੂਣ ਨੂੰ ਪੋਸ਼ਣ ਕਿੱਥੋਂ ਮਿਲਦਾ ਹੈ। ਉਸ ਦੀ ਡਾਕਟਰ ਦੀਦੀ ਨੇ ਦੱਸਿਆ ਕਿ ਭਰੂਣ ਨੂੰ ਮਾਂ ਦੇ ਲਹੂ ਤੋਂ ਹੀ ਪੋਸ਼ਣ ਮਿਲਦਾ ਹੈ। ਇਸ ਦੇ ਲਈ ਇੱਕ ਵਿਸ਼ੇਸ਼ ਰਚਨਾ ਹੁੰਦੀ ਹੈ ਜੋ ਬੱਚੇਦਾਨੀ ਦੀ ਕੰਧ ਵਿੱਚ ਧਸੀ ਹੁੰਦੀ ਹੈ। ਇਸ ਰਚਨਾ ਦਾ ਨਾਂ ਹੁੰਦਾ ਹੈ, ਇਸ ਨੂੰ ਕਹਿੰਦੇ ਹਨ ਪਲੇਸੈਂਟਾ। ਇਸ ਲਈ 38ਵੇਂ ਦਾ ਉੱਤਰ ਹੈ ਸੱਸਾ। 39ਵਾਂ ਪ੍ਰਸ਼ਨ ਹੈ ਕਿ ਕੁਝ ਰੋਗ ਅਜਿਹੇ ਹੁੰਦੇ ਹਨ ਜੋ ਲਿੰਗੀ ਕਿਰਿਆ ਦੌਰਾਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਲੱਗ ਸਕਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਰੋਗ ਲਿੰਗੀ ਕਿਰਿਆ ਦੌਰਾਨ ਨਹੀਂ ਲੱਗ ਸਕਦਾ। ਆਪਾਂ ਨੂੰ ਇਹ 'ਚ ਆਪਸ਼ਨਾਂ ਹੈਗੀਆਂ ਗੋਨੋਰੀਆ, ਗਿੱਲੜ, ਏਡਜ਼ ਅਤੇ ਸਿਫਿਲਿਸ। ਇਹਦੇ 'ਚੋਂ ਲਿੰਗੀ ਕਿਰਿਆ ਦੌਰਾਨ ਕਿਹੜਾ ਨਹੀਂ ਲੱਗ ਸਕਦਾ, ਉਹਦਾ ਉੱਤਰ ਹੈਗਾ ਗਿੱਲੜ, ਕਿਉਂਕਿ ਇਹ ਗਿੱਲੜ ਜਿਹੜਾ ਹੈਗਾ ਆਇਓਡੀਨ ਦੀ ਕਮੀ ਦੇ ਨਾਲ ਹੁੰਦਾ ਹੈਗਾ। 40ਵਾਂ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਗਰਭ ਨਿਰੋਧਨ ਦਾ ਸਾਧਨ ਹੈ। ਇਹਦੇ ਵਿੱਚ ਉਪਰੋਕਤ ਸਾਰੇ ਸਹੀ ਆਵੇਗਾ, ਸੱਸਾ। ਤਾਂ ਊੜਾ, ਆੜਾ, ਈੜੀ ਤਿੰਨੇ ਆਪਸ਼ਨਾਂ ਸਹੀ ਹਨ। 41ਵਾਂ ਪ੍ਰਸ਼ਨ ਹੈ ਕਿ ਮਾਦਾ ਪ੍ਰਜਨਨ ਪ੍ਰਣਾਲੀ ਦੇ ਜਿਹੜੇ ਅੰਗ ਹੈਗੇ ਆ ਉਹਨਾਂ ਦੀ ਲੇਬਲਿੰਗ ਦੱਸਣੀ ਆਪਾਂ ਸਹੀ ਢੰਗ ਨਾਲ। ਜਿਵੇਂ ਇਹਦੇ 'ਚ ਸਭ ਤੋਂ ਪਹਿਲੇ ਨੰਬਰ 'ਤੇ ਜਿਹੜਾ ਦਿਖਾਇਆ ਹੋਇਆ, ਜਿਹੜੀ ਇਸ ਵਿੱਚ ਉਸ ਨੂੰ ਕਹਿੰਦੇ ਆਪਾਂ ਅੰਡ ਵਹਿਣੀ। ਦੂਸਰੇ ਨੰਬਰ 'ਤੇ ਜਿਹੜੇ ਦਿਖਾਏ ਹੋਏ ਉਹਨਾਂ ਨੂੰ ਕਹਿੰਦੇ ਅੰਡਕੋਸ਼। ਜਿਹੜਾ ਤੀਸਰੇ ਨੰਬਰ 'ਤੇ ਦਿਖਾਇਆ ਹੋਇਆ ਉਹਨੂੰ ਆਪਾਂ ਕਹਿੰਦੇ ਆ ਸਰਵਿਕਸ। ਜਿਹੜਾ ਚੌਥੇ ਨੰਬਰ 'ਤੇ ਦਿਖਾਇਆ ਹੋਇਆ ਉਹਨੂੰ ਕਹਿੰਦੇ ਆਪਾਂ ਬੱਚੇਦਾਨੀ। ਅਤੇ 5ਵੇਂ ਨੰਬਰ 'ਤੇ ਜਿਹੜਾ ਅੰਗ ਦਿਖਾਇਆ ਹੋਇਆ ਉਹਨੂੰ ਕਹਿੰਦੇ ਯੋਨੀ। ਇਸ ਲਈ 41ਵੇਂ ਦਾ ਉੱਤਰ ਹੈਗਾ ਸੱਸਾ। ਇਹ ਲੇਬਲਿੰਗ ਕਈ ਵਾਰੀ ਤੁਹਾਨੂੰ ਪੇਪਰ ਵਿੱਚ ਆਉਂਦੀ ਹੈਗੀ ਹੈ, ਇਸ ਲਈ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ, ਚਿੱਤਰ ਨਾਲ ਜ਼ਿਆਦਾ ਕਲੀਅਰ ਵੀ ਹੋ ਜਾਂਦਾ। ਤੋ 42ਵਾਂ ਪ੍ਰਸ਼ਨ ਹੈ ਕਿ ਸ਼ੁਕਰਾਣੂ ਨਿਰਮਾਣ ਦੇ ਲਈ ਕਿਹੜਾ ਹਾਰਮੋਨ ਜ਼ਿੰਮੇਦਾਰ ਹੈ। ਇਹਦੇ 'ਚੋਂ ਹੈਗਾ ਟੈਸਟੋਸਟੀਰੋਨ, ਐਸਟ੍ਰੋਜਨ, ਐਡਰੀਨਲ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਉੱਤਰ ਹੈ ਟੈਸਟੋਸਟੀਰੋਨ। 43ਵਾਂ ਪ੍ਰਸ਼ਨ ਹੈ ਕਿ ਹਰ ਮਹੀਨੇ ਮਾਦਾ ਸਰੀਰ ਵਿੱਚੋਂ 2 ਤੋਂ 8 ਦਿਨਾਂ ਲਈ ਲਹੂ ਦੇ ਵਗਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ। ਉਹਨੂੰ ਕਹਿੰਦੇ ਆ ਮਾਹਵਾਰੀ। 44ਵਾਂ ਪ੍ਰਸ਼ਨ ਹੈ ਕਿ ਕਿਸ਼ੋਰ ਅਵਸਥਾ ਦੌਰਾਨ ਲੜਕਿਆਂ ਵਿੱਚ ਹੋਣ ਵਾਲੇ ਪਰਿਵਰਤਨ। ਇਹਦਾ ਉੱਤਰ ਸੱਸਾ ਹੈ। ਊੜਾ, ਆੜਾ, ਈੜੀ ਅਤੇ ਤਿੰਨੇ ਜਿਹੜੇ ਗੁਣ ਲਿਖੇ ਹੋਏ ਆ ਇਹ ਤੁਸੀਂ ਕਿਸ਼ੋਰ ਅਵਸਥਾ ਦੌਰਾਨ ਲੜਕਿਆਂ 'ਚ ਹੋਣ ਵਾਲੇ ਪਰਿਵਰਤਨ 'ਚ ਲਿਖ ਸਕਦੇ ਆ। ਇਸ ਲਈ 44ਵੇਂ ਦਾ ਉੱਤਰ ਹੈਗਾ ਸੱਸਾ। 45ਵਾਂ ਪ੍ਰਸ਼ਨ ਹੈ ਕਿ ਭਰੂਣ ਦਾ ਵਿਕਾਸ ਮਾਦਾ ਪ੍ਰਜਨਨ ਪ੍ਰਣਾਲੀ ਦੇ ਕਿਸ ਅੰਗ ਵਿੱਚ ਹੁੰਦਾ ਹੈ। ਉਸ ਨੂੰ ਕਹਿੰਦੇ ਆਪਾਂ ਇਸ ਵਿੱਚ ਊੜਾ, ਜਿਹਨੂੰ ਆਪਾਂ ਬੱਚੇਦਾਨੀ ਕਹਿੰਦੇ ਆ, ਉਹੀ ਇਸ ਦਾ ਉੱਤਰ ਹੈਗਾ। 46ਵਾਂ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਮਨੁੱਖੀ
ਨਰ ਪ੍ਰਜਨਨ ਪ੍ਰਣਾਲੀ ਦਾ ਹਿੱਸਾ ਨਹੀਂ ਹੈ? ਪਤਾਲੂ, ਵੀਰਜ ਥੈਲੀ, ਅੰਡਕੋਸ਼, ਪ੍ਰੋਸਟੇਟ ਗਲੈਂਡ। ਇਹਦੇ ਵਿੱਚੋਂ ਈੜੀ ਅੰਡਕੋਸ਼ ਜਿਹੜਾ ਸਹੀ ਉੱਤਰ ਹੈ, ਜਿਹੜਾ ਕਿ ਨਰ ਪ੍ਰਜਨਨ ਪ੍ਰਣਾਲੀ ਦਾ ਅੰਗ ਹੈ। 47ਵਾਂ ਪ੍ਰਸ਼ਨ ਹੈ ਕਿ ਗਰਭ ਨਿਰੋਧਨ ਦਾ ਕਿਹੜਾ ਸਾਧਨ ਲਿੰਗੀ ਕਿਰਿਆ ਦੌਰਾਨ ਹੋਣ ਵਾਲੇ ਰੋਗਾਂ ਤੋਂ ਵੀ ਬਚਾਅ ਕਰਦਾ ਹੈ? ਕਾਪਰਟੀ, ਕੰਡੋਮ, ਹਾਰਮੋਨ ਗੋਲੀਆਂ, ਨਸਬੰਦੀ। ਤਾਂ ਇਹਦਾ ਸਹੀ ਉੱਤਰ ਹੈਗਾ ਆੜਾ। 48ਵਾਂ ਪ੍ਰਸ਼ਨ ਆਪਣੇ ਕੋਲੇ ਕਿ ਪ੍ਰੋਸਟੇਟ ਗ੍ਰੰਥੀ ਅਤੇ ਵੀਰਜ ਥੈਲੀ ਰਸਾਓ ਪੈਦਾ ਕਰਦੇ ਹਨ ਜੋ ਸ਼ੁਕਰਾਣੂਆਂ ਨੂੰ ਕੀ ਪ੍ਰਦਾਨ ਕਰਦੇ ਹਨ? ਇਹਦਾ ਉੱਤਰ ਜਿਹੜਾ ਹੈਗਾ ਈੜੀ ਹੈ। ਸ਼ੁਕਰਾਣੂਆਂ ਨੂੰ ਪ੍ਰਵਾਹਨ ਲਈ ਤਰਲ ਮਾਧਿਅਮ ਵੀ ਦਿੰਦੇ ਆ ਇਹ ਜਿਹੜੀ ਪ੍ਰੋਸਟੇਟ ਗ੍ਰੰਥੀ ਹੈ, ਵੀਰਜ ਥੈਲੀ ਵੀ, ਅਤੇ ਉਹਨੂੰ ਭੋਜਨ ਵੀ ਦਿੰਦੀ ਹੈ ਜਿਹਦੇ ਨਾਲ ਕਿ ਸ਼ੁਕਰਾਣੂ ਜਿਹੜੇ ਹੈਗੇ ਆ ਉਹਨਾਂ ਨੂੰ ਊਰਜਾ ਮਿਲਦੀ ਰਹੇ। 48ਵਾਂ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਮਨੁੱਖੀ ਮਾਦਾ ਪ੍ਰਜਨਨ ਪ੍ਰਣਾਲੀ ਦਾ ਹਿੱਸਾ ਨਹੀਂ ਹੈ? ਅੰਡਕੋਸ਼, ਪਤਾਲੂ, ਬੱਚੇਦਾਨੀ, ਯੋਨੀ। ਮਨੁੱਖੀ ਮਾਦਾ ਜਨਨ ਪ੍ਰਣਾਲੀ ਦਾ, ਤਾਂ ਇਹਦਾ ਉੱਤਰ ਹੈਗਾ ਪਤਾਲੂ ਆੜਾ, ਕਿਉਂਕਿ ਬਾਕੀ ਤਿੰਨੇ ਜਿਹੜੇ ਮਾਦਾ ਪ੍ਰਜਨਨ ਪ੍ਰਣਾਲੀ ਦਾ ਹਿੱਸਾ ਹੈਗੇ ਆ। ਤਾਂ ਅਖੀਰਲਾ ਪ੍ਰਸ਼ਨ ਹੈ ਕਿ ਬਲਦੇਵ ਜਾਣਨਾ ਚਾਹੁੰਦਾ ਹੈ ਕਿ ਨਿਸ਼ੇਚਨ ਕੀ ਹੈ? ਕੀ ਤੁਸੀਂ ਹੇਠ ਲਿਖਿਆਂ ਵਿੱਚੋਂ ਨਿਸ਼ੇਚਨ ਦੀ ਸਹੀ ਪਰਿਭਾਸ਼ਾ ਦੱਸ ਸਕਦੇ ਹੋ? ਅੰਡਾ ਅਤੇ ਸ਼ੁਕਰਾਣੂ ਦਾ ਆਪਸ ਵਿੱਚ ਸੁਮੇਲ, ਭਰੂਣ ਦਾ ਮਾਂ ਦੇ ਲਹੂ ਤੋਂ ਪੋਸ਼ਣ ਲੈਣਾ, ਪਤਾਲੂਆਂ ਵਿੱਚੋਂ ਸ਼ੁਕਰਾਣੂ ਦਾ ਨਿਰਮਾਣ ਅਤੇ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਉੱਤਰ ਹੈਗਾ ਊੜਾ, ਭਾਵ ਅੰਡਾ ਅਤੇ ਸ਼ੁਕਰਾਣੂ ਦਾ ਆਪਸ ਵਿੱਚ ਸੁਮੇਲ। ਤਾਂ ਇਹ ਪ੍ਰਸ਼ਨ ਜਿਹੜੇ ਹੈਗੇ ਆ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਿਗਿਆਨ ਦੀ ਪਟਿਆਲਾ ਟੀਮ ਵੱਲੋਂ ਤਿਆਰ ਕੀਤੇ ਗਏ ਆ। ਉਹਨਾਂ ਦਾ ਖਾਸ ਧੰਨਵਾਦ ਹੈ ਅਤੇ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਇਹ ਲੈਕਚਰ ਸੁਣ ਰਹੇ ਹੋ। ਧੰਨਵਾਦ।